ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਟੁਡੇਜ਼ ਪ੍ਰੋਗਰਾਮ ਰੀਬੂਟ ਪੰਜਾਬ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਵੂਮਨਸ ਇੰਪਾਵਰਮੈਂਟ ਦੀ ਗੱਲ ਕਰਾਂਗੇ ਤਾਂ ਕਿੱਦਾਂ ਤੁਸੀਂ ਸੰਗਤ ਜੀ ਟ੍ਰੇਨਰ ਟੀਚਰ ਇਨੀਸ਼ੀਏਟਿਵ ਸਪੋਰਟ ਕਰ ਸਕਦੇ ਹੋ। ਇਹ ਇਨੀਸ਼ੀਏਟਿਵ ਕਾਲਗੀਧਰ ਟਰਸਟ ਨੇ ਲਿਆਂਦਾ ਹੈ through value-based education through Akal Academies and Eternal University. ਸੰਗਤ ਜੀ, just to recap, ਆਪਾਂ ਫਾਊਂਡਿੰਗ ਫਾਦਰਸ ਜਿਹੜੇ ਹੈਗੇ ਬਾਣੀ ਤੋਂ ਸ਼ੁਰੂ ਕਰਦੇ ਹਾਂ ਵੀ ਕੌਣ ਹੈ ਕਲਗੀਧਰ ਦੇ ਟਰਸਟ ਦੇ ਵਿੱਚ। ਉਹ ਹੈ ਸੰਤ ਅਤਰ ਸਿੰਘ ਜੀ, ਸੰਤ ਤੇਜਾ ਸਿੰਘ ਜੀ, ਡਾਕਟਰ ਕੇਮ ਸਿੰਘ ਜੀ ਤੇ ਬਾਬਾ ਅਕਵਾਲ ਸਿੰਘ ਜੀ। ਸੰਤ ਅਤਰ ਸਿੰਘ ਜੀ ਦੀ ਵਿਜ਼ਨ ਸੀ ਵੀ ਕਿੱਦਾਂ ਅਸੀਂ ਲਿਟਰੇਸੀ ਤੇ ਗੁਰਮਤਿ ਕੰਬਾਈਨ ਕਰ ਸਕਦੇ ਹਾਂ। ਉਸ ਟਾਈਮ ਦੇ ਵਿੱਚ ਇਹ ਬਹੁਤ ਗ੍ਰੈਂਡ ਬ੍ਰੇਕਿੰਗ ਸੀਗੀ, ਇਹ ਬਹੁਤ ਅੱਗੇ ਦਾ ਸੋਚਣੀ ਸੀਗੀ ਵਿਚਾਰ। ਉਸ ਟਾਈਮ ਦੇ ਵਿੱਚ ਸਾਰਾ ਦੇਸ਼ ਇਹ ਸੋਚਦਾ ਸੀ ਵੀ ਅਸੀਂ ਕਿੱਦਾਂ ਆਜ਼ਾਦ ਹੋ ਸਕਦੇ ਹਾਂ ਬ੍ਰਿਟਿਸ਼ ਰਾਜ ਤੋਂ। ਸੰਤ ਅਤਰ ਸਿੰਘ ਨੇ ਅੱਗੇ ਦੀ ਸੋਚਣੀ ਸੀਗੀ। ਉਹ 1906 ਦੇ ਵਿੱਚ ਤੇ ਸੰਤ ਅਤਰ ਸਿੰਘ ਨੇ ਗਰਲਸ ਕਾਲਜ ਤੇ ਮਸਤੂਆਣਾ ਦੇ ਵਿੱਚ ਪੰਜਾਬ ਦੇ ਵਿੱਚ ਖੋਲ੍ਹਿਆ ਸੀਗਾ। ਉਹ ਉਦੋਂ ਸੀਗਾ 1906 ਦੇ ਵਿੱਚ, ਤਾਂ ਹਲੇ ਸਾਨੂੰ ਵੂਮਨਸ ਨੂੰ ਵੋਟ ਵੀ ਨਹੀਂ ਮਿਲੀ ਸੀਗੀ ਇੰਡੀਆ ਦੇ ਵਿੱਚ। ਉਹ 1950 ਦੇ ਵਿੱਚ ਹੋਈ ਸੀਗੀ। When Sant Teja Singh Ji met Sant Atar Singh Ji and fully understood the vision of combining spirituality with modern science education to create compassionate individuals. To fulfill this vision, Baru Sahib was revealed to humanity by the Sevadars. This vision of combining spirituality with modern science and education is at the heart of Kalgita Trust through its Akal Academies and 2 universities, Eternal and Akal University. The Kalgi Trust, Baru Sahib, in 1986 started with 5 students. This has now grown into a global representation with 129 schools, 3 universities, 1 hospital, 3 drug rehabilitation centres, which provides education to 70,000 children. ਅੱਜ ਮੇਰੇ ਨਾਲ ਫੇਰ ਹੈਗੇ 2 ਸੇਵਾਦਾਰ। ਮੈਂ ਭੈਣ ਜੀ ਦਲਵਿੰਦਰ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਪਰਮਜੀਤ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਤੁਸੀਂ ਭੈਣ ਜੀ, ਤੁਸੀਂ ਠੀਕ ਹੋ? ਹਾਂਜੀ ਭੈਣ ਜੀ, ਹਾਂਜੀ ਠੀਕ ਹੈ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਡੇ ਨਾਲ ਹਰੇਕ ਵੀਕ ਸ਼ਾਮਲ ਹੁੰਦੇ ਪ੍ਰੋਗਰਾਮ ਦੇ ਵਿੱਚ। ਬਹੁਤ ਹੀ ਸੋਹਣਾ ਸੇਵਾ ਹੋ ਜਾਂਦੀ ਹੈ ਸਾਡੇ ਨਾਲ। Thank you. So thank you, Panji, for joining us today. We really appreciate you taking the time to be part of this seva and to be part of this worthy cause. So as ਮਹੀਨਾ ਹੈਗਾ ਬਹੁਤ auspicious time ਆ, ਇਹ 12ਵਾਂ ਮਹੀਨਾ ਹੈਗਾ ਆ, ਤਾਂ many of us will be celebrating with your family togetherness through the Christmas time. ਸੰਗਤ ਜੀ, ਇਸ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਅਟੈਂਸ਼ਨ ਲਿਆਉਣਾ ਚਾਹੁੰਦੇ ਹੈਗੇ ਵੀ ਜਿਹੜਾ ਸਿੱਖੀ ਦੇ ਕੈਲੰਡਰ ਦੇ ਵਿੱਚ ਆ ਜਿਹੜਾ 12ਵਾਂ ਮਹੀਨਾ ਦਸੰਬਰ ਹੈਗਾ, ਇਹ ਪੰਜਾਬੀ ਦੇ ਵਿੱਚ ਇਹਨੂੰ ਜਾਂ ਮੱਘਰ ਦੇ ਵਿੱਚ ਨਾਲੇ ਪੋਹ ਦੇ ਵਿੱਚ ਦਾ ਮਹੀਨੇ ਦੇ ਵਿੱਚ ਆਉਂਦਾ ਹੈਗਾ ਆ। ਜਿੱਥੇ ਵੀ ਹੈਗੇ ਆ ਸਿੱਖ ਬੈਠੇ ਹੋਗੇ, ਉਹ ਇਹ ਮੰਨੂਗੇ ਵੀ ਜਿਹੜਾ ਹੈਗੇ ਆ ਜਿਹੜੇ ਮਹੀਨੇ ਦੇ ਵਿੱਚ ਜਿਹੜੀਆਂ ਡੇਟਾਂ ਆਉਂਦੀਆਂ ਆ, ਕੀ ਹੋਇਆ ਸੀ ਸਾਡੇ ਸਿੱਖ ਕੈਲੰਡਰ ਦੇ ਵਿੱਚ। ਪਹਿਲੀ ਡੇਟ ਆਪਾਂ ਇਹ ਮੰਨਣੀ ਚਾਹੀਦੀ ਹੈ ਜਿਹੜੀ 13 ਦਸੰਬਰ ਹੈਗੀ ਆ। ਉਸ ਤਰੀਕ ਨੂੰ ਸੀ ਜਿਹੜਾ ਹੈਗਾ ਆ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ ਸੀਗਾ। ਤਾਂ 17 ਦਸੰਬਰ ਨੂੰ ਅਸੀਂ ਮੰਨਦੇ ਹੈਗੇ ਆ ਗੁਰੂ ਗੱਦੀ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਹੜਾ ਸਾਡਾ 10ਵੇਂ ਪਾਤਸ਼ਾਹ ਸੀ, ਉਹਦੀ ਗੁਰਗੱਦੀ ਦਾ ਮਨਾਉਂਦੇ ਹੈਗੇ ਉਸ ਤਰੀਕ ਨੂੰ। 19 ਦਸੰਬਰ ਨੂੰ ਅਸੀਂ ਸ਼ਹੀਦ ਗੁਰੂ ਤੇਗ ਬਹਾਦਰ ਸਿੰਘ ਜੀ ਨੂੰ ਮੰਨਦੇ ਹੈਗੇ ਆ। ਉਹ ਸੀਗੇ 9ਵੇਂ ਪਾਤਸ਼ਾਹ, ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ। 21 ਦਸੰਬਰ ਨੂੰ ਅਸੀਂ ਮੰਨਦੇ ਹੈਗੇ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ, ਤਾਂ ਉਹਦਾ ਕਈ ਵਾਰੀ ਅਸੀਂ ਉਹਨੂੰ ਭਾਈ ਜੱਥਾ ਸਿੰਘ ਜੀ ਵੀ ਬੁਲਾਉਂਦੇ ਹੈਗੇ ਆ। 22 ਦਸੰਬਰ ਨੂੰ ਅਸੀਂ ਸ਼ਹੀਦ ਵੱਡੇ ਸਾਹਿਬਜ਼ਾਦਿਆਂ ਨੂੰ ਮੰਨਦੇ ਹੈਗੇ ਆ, ਤਾਂ 10ਵੇਂ ਪਾਤਸ਼ਾਹ ਤੇ ਸ਼ਹੀਦ ਸੀ ਚਮਕੌਰ ਸਾਹਿਬ ਦੇ। 23 ਦਸੰਬਰ ਨੂੰ ਅਸੀਂ ਮੰਨਦੇ ਹੈਗੇ ਆ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ।
ਤਾਂ 27 ਤਰੀਕ ਨੂੰ 27 ਦਸੰਬਰ ਨੂੰ ਅਸੀਂ ਉਹ ਮੰਨਦੇ ਹੈਗੇ ਜਿਹੜੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ। ਭੈਣ ਜੀ ਹੁਣ ਆ ਜਿਹੜਾ ਮਹੀਨਾ ਹੈਗਾ ਮੱਘਰ ਦਾ, ਤਾਂ ਜਿੱਦਾਂ ਹੁਣ ਉਹ ਵੀ ਆਉਣ ਵਾਲਾ ਹੀ ਆ, ਜਿਸ ਇੰਨੀਆਂ ਚੀਜ਼ਾਂ ਹੋਈਆਂ ਸੀ ਇਸ ਇੰਨੇ ਦਿਹਾੜੇ ਆਪਾਂ ਮੰਨਦੇ ਹੈਗੇ ਸਿੱਖ ਹਿਸਟਰੀ ਦੇ ਵਿੱਚ। ਕੀ ਤੁਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਹੈਗੇ ਵੀ ਇਹ ਦਿਹਾੜਿਆਂ ਦਾ ਕਿੱਦਾਂ ਮਨਾਈਦਾ ਆ ਤਾਂ ਕਿੱਦਾਂ ਅਸੀਂ ਸੋਚਦੇ ਹੋਗੇ? ਪਰਮਜੀਤ ਭੈਣ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੇ ਭੈਣ ਜੀ ਤੁਸੀਂ ਮਹੀਨੇ ਦੀ ਡੇਟਾ ਸਾਨੂੰ ਹੁਣ ਦੱਸੀਆਂ ਹੋਈਆਂ ਹੈਗੀਆਂ, ਪਰ ਇਹ ਸ਼ਹੀਦੀਆਂ ਦੇ ਮਹੀਨੇ ਹੈਗੇ, ਮੰਥਸ ਆਫ ਸੈਕਰੀਫਾਈਸਿਸ। ਹਾਂਜੀ, ਸ਼ਹੀਦੀਆਂ ਸਿੰਘਾਂ ਨੇ, ਆਪਣੇ ਸਾਹਿਬਜ਼ਾਦਿਆਂ ਨੇ, ਆਪਣੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ, ਐਂਡ ਆਪਣੇ ਲਈ ਇੱਥੇ ਬਹੁਤ ਕੁਛ ਨਾ ਆਪਣੇ ਨੂੰ ਲਰਨ ਕਰਨ ਵਾਸਤੇ ਹੈਗਾ ਇਹਨਾਂ ਸ਼ਹੀਦੀਆਂ ਦੇ, ਇਹਨਾਂ ਇਤਿਹਾਸਾਂ ਤੋਂ। ਸਿਰਫ ਇਹ ਜਾਣਨ ਨੂੰ ਨਹੀਂ ਹੈਗੀ ਇਹ ਤਰੀਕਾ ਕਿ ਕੀ ਹੋਇਆ ਸੀਗਾ, ਪਰ ਆਪਾਂ ਨੂੰ ਇਹਨਾਂ ਤੋਂ ਲਰਨ ਕਰਨਾ ਚਾਹੀਦਾ ਕਿ ਸ਼ਹੀਦੀਆਂ ਕਾਹਤੇ ਪਾਈਆਂ ਸੀਗੀਆਂ। ਹੁਣ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸ਼ਹੀਦੀ ਦੀ ਤਾਂ ਹੁਣੀ ਤੁਸੀਂ ਡੇਟ ਦਿੱਤੀ ਹੈਗੀ ਆ। ਗੁਰੂ ਜੀ ਉਹਨਾਂ ਨੇ ਸ਼ਹੀਦੀ ਪਾਈ, ਉਹਨਾਂ ਨੇ ਸਿੱਖੀ ਵਾਸਤੇ ਨਹੀਂ ਪਾਈ ਸੀਗੀ, ਉਹਨਾਂ ਨੇ ਕਿਸੇ ਹੋਰ ਧਰਮ ਵਾਸਤੇ ਸਿੱਖੀ ਉਹਨਾਂ ਨੇ ਆਪਣਾ ਸੀਸ ਦਿੱਤਾ ਸੀਗਾ। ਸੋ it's really important to learn not just the dates, the significance of it as well. And ਇੱਥੇ ਵੀ ਉਹ ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਦੀ philosophy, ਉਹਨਾਂ ਦੀ ਇਤਿਹਾਸ ਆ ਜਾਂਦੇ ਹੈਗੇ ਕਿ ਵੰਡ ਛਕੋ, this is where that comes in the picture। ਜੀ ਸਿਰਫ ਆਪਾਂ ਚੰਗੇ ਆਈ ਵਿੱਚ ਨਹੀਂ ਹੈਲਪ ਕਰਨੀ ਹੈਗੀ, ਆਪਾਂ ਜਦੋਂ ਵਿਪਤਾ ਪਵੇ, ਕੋਈ ਬੁਰਾ ਕੰਮ ਹੁੰਦਾ ਹੋਵੇ, ਅਸੀਂ ਉਹ ਵੀ ਹੈਲਪ ਕਰਨੀ ਹੈਗੀ ਆ। ਇਹ ਬਹੁਤ ਕੁਛ ਆਪਣੇ ਜੀ ਲਰਨ ਕਰਨ ਵਾਸਤੇ ਹੈਗਾ ਆ। ਹਾਂਜੀ ਭੈਣ ਜੀ, ਅਸੀਂ ਨਾਲੇ ਇਹ ਸੁਣ ਕੇ ਸਾਨੂੰ ਜਿੱਦਾਂ ਗੁਰੂ ਜੀ ਨੇ ਹਿੰਮਤ ਕਿੰਨੀ ਸੀਗੀ, ਕਿੰਨਾ ਕੁਛ ਸਾਡੀ ਸਿੱਖੀ ਵਾਸਤੇ ਦਿੱਤਾ ਸੀ। ਤਾਂ ਗੁਰੂ ਤੇਗ ਬਹਾਦਰ ਨੂੰ ਅਸੀਂ ਕਹਿੰਦੇ ਜਗਤ ਗੁਰੂ, ਵੀ ਸਾਰੇ ਜਗਤ ਦਾ ਗੁਰੂ ਸੀਗਾ, ਸਿਰਫ ਸਾਡੇ ਸਿੱਖਾਂ ਦਾ ਨਹੀਂ ਸੀ, ਸਾਰੇ ਜੱਗ ਦਾ ਸੀਗਾ, ਹਨਾ। ਤਾਂ ਨਾਲੇ ਭੈਣ ਜੀ ਤੁਸੀਂ ਇਹ ਸੁਣ ਕੇ ਜਿੱਦਾਂ ਆਹ ਪੋਹ ਦਾ ਤਾਂ ਮੱਘਰ ਦੇ ਮਹੀਨੇ ਦੀਆਂ ਡੇਟਾਂ ਸੁਣ ਕੇ ਤੁਹਾਨੂੰ ਕੀ ਖਿਆਲ ਆਇਆ ਸੀਗਾ? ਹਾਂਜੀ ਭੈਣ ਜੀ, so you know, these months in our calendar are so important. You know, everyone thinks there's like December, a month of celebration, you know, for Christmas, but I think people forget about our Sikhi calendar and how much you know, how symbolic it is for these months. And obviously going into these months, and as Benji said, Guru Tej Bahadur Ji sacrificed and, you know, his life for us, for our right, for us to practice Sikhi and, you know, for us to be Sikhs. And I think we need to remember that, you know, without that, we wouldn't be here. We wouldn't be here sitting talking about Sikhi. So this is a huge symbolic month, and I think that we should all take remembrance for this month and, you know, honor, you know, all the Gurujis that sacrificed their lives for us to live Sikhi, and as Benji said, to follow Guru Nanak Dev Ji's philosophies. Thank you, Benji. ਹਾਂਜੀ ਸੰਗਤ ਜੀ, 12ਵਾਂ ਮਹੀਨਾ ਹੈਗਾ ਜ਼ਰੂਰ, ਤਾਂ ਕਈਆਂ ਨੇ ਕ੍ਰਿਸਮਸ ਮਨਾਉਂਦੇ ਹੋਗੇ, ਆਪਣੀ ਫੈਮਿਲੀ ਦੇ ਨਾਲ ਹੋਗੇ, ਬੱਚਿਆਂ ਦੇ ਨਾਲ ਹੋਗੇ, ਪਰ ਇਹ ਟਾਈਮ ਮੌਕਾ ਹੈਗਾ ਵੇ ਅਸੀਂ ਦੇਖੀਏ ਵੀ ਸਿੱਖੀ ਦੇ ਵਿੱਚ ਕੀ ਹੋਇਆ ਸੀਗਾ, ਕੀ ਇਹ ਡੇਟਾਂ ਤੇ ਇਹ ਦਿਹਾੜਿਆਂ ਤੇ ਕੀ ਹੋਇਆ ਸੀ, ਤਾਂ ਕਾਹਤੋਂ ਹੋਇਆ ਸੀ। ਤਾਂ ਜਿੱਦਾਂ ਭੈਣ ਜੀ ਨੇ ਕਿਹਾ ਹੈਗਾ, ਗੁਰੂ ਤੇਗ ਬਹਾਦਰ ਨੇ ਸਾਡੇ ਵਾਸਤੇ ਲਈ ਕੀ ਕੁਛ ਕੁਰਬਾਨੀ ਕੀਤੀ ਸੀ, ਤਾਂ ਸਾਨੂੰ ਹਰ ਵੇਲੇ ਇਹ ਯਾਦ ਹੋਣਾ ਚਾਹੀਦਾ ਵੇ ਅਸੀਂ ਕਿੱਥੇ ਤੱਕ ਆਏ ਹੈ, ਕੀ ਗੁਰੂਆਂ ਨੇ ਸਾਡੇ ਲਈ ਕੀਤਾ ਸੀਗਾ ਸਾਡੇ ਵਾਸਤੇ ਵੇ। ਅਸੀਂ ਇਸ ਟਾਈਮ ਦੇ ਵਿੱਚ ਅਸੀਂ ਸਿੱਖੀ ਨੂੰ ਜਿੱਦਾਂ ਮਨਾ ਸਕਦੇ ਹੈਗੇ ਆ। ਸੋ ਸੰਗਤ ਜੀ, ਆਪਾਂ ਇਹ ਦੇਖੋਗੇ ਜਿਹੜੀ ਕੁਰਬਾਨੀ ਗੁਰੂ ਤੇਗ ਬਹਾਦਰ ਨੇ 9ਵੇਂ ਪਾਤਸ਼ਾਹ ਨੇ ਦਿੱਤੀ ਸੀ, ਨਾਲੇ ਸਾਹਿਬਜ਼ਾਦਿਆਂ ਨੇ ਕੀ ਕੀਤਾ ਸੀਗਾ ਸਾਡੇ ਵਾਸਤੇ, ਸਿੱਖਾਂ ਵਾਸਤੇ। ਤਾਂ 19 ਦਸੰਬਰ ਨੂੰ ਅਸੀਂ ਮੰਨਦੇ ਹੈਗੇ ਆ ਸ਼ਹੀਦ ਦਿਨ ਗੁਰੂ ਤੇਗ ਬਹਾਦਰ ਜੀ ਦਾ। ਉਹ ਹੈਗੇ ਸੀਗੇ 9ਵੇਂ ਪਾਤਸ਼ਾਹ। ਤਾਂ ਉਸ ਦਿਨ ਤੇ ਗੁਰੂ ਜੀ ਨੇ ਬਹੁਤ ਵੱਡੀ ਸੈਕਰੀਫਾਈਸ ਦਿੱਤੀ ਸੀ। ਉਹ ਵੀ ਕਸ਼ਮੀਰੀ ਪੰਡਿਤ ਉਹਦੇ ਕੋਲ ਗਏ ਸੀਗੇ, ਤਾਂ ਉਹਨਾਂ ਨੂੰ ਇਹ ਤਾਂ ਹੀ ਗਏ ਸੀਗੇ ਵੀ ਉਹ ਪ੍ਰੋਟੈਕਸ਼ਨ ਮੰਗਦੇ ਸੀਗੇ ਵੀ ਜਿੱਦਾਂ ਉਸ ਟਾਈਮ ਦਾ ਜਿਹੜਾ ਮੁਗਲ ਰੂਲ ਸੀ ਉਹਨਾਂ ਨੂੰ ਜ਼ਬਰਦਸਤੀ ਆਪਣੇ ਮਜ਼ਹਬ ਤੋਂ ਮੁਸਲਮਾਨ ਬਣਾਉਣਾ ਚਾਹੁੰਦੇ ਸੀਗੇ। ਸੋ ਉਸ ਟਾਈਮ ਤੇ ਜਿੱਦਾਂ ਆਪਾਂ ਕਿਹਾ ਸੀ, ਉਹਨਾਂ ਨੇ ਗੁਰੂ ਜੀ ਨੂੰ ਦੇਖਿਆ ਸੀ, ਗੁਰੂ ਤੇਗ ਬਹਾਦਰ ਤੇ
ਸਿਰਫ ਸਿੱਖਾਂ ਦਾ ਗੁਰੂ ਨਹੀਂ ਸੀ, ਉਹ ਸਾਰਾ ਜੱਗ ਦਾ ਗੁਰੂ ਸੀਗਾ। ਤਾਂ ਉਹਨੂੰ ਕਈ ਵਾਰੀ ਜਗਤ ਗੁਰੂ ਕਹਿੰਦੇ ਹੈਗੇ, ਸਾਰੇ ਸੰਸਾਰ ਦਾ ਗੁਰੂ ਸੀਗਾ। ਭੈਣ ਜੀ ਭਾਵਨਜੀਤ ਭੈਣ ਜੀ, ਤਾਂ ਜਦੋਂ ਹੁਣ ਆਪਾਂ ਪੜ੍ਹਦੇ ਹੈਗੇ ਗੁਰੂ ਤੇਗ ਬਹਾਦਰ ਦੀ, ਤਾਂ ਮੈਨੂੰ ਬੜਾ ਜਿੱਦਾਂ ਮੈਂ ਉਦਾਸ ਬੜਾ ਹੁੰਦੀ ਆ, ਤਾਂ ਸੋਬਰ ਹੁੰਦੀ ਆ ਵੀ ਸਾਡੇ ਸਿੱਖ ਹਿਸਟਰੀ ਦੇ ਵਿੱਚ ਜਿਹੜਾ ਸੀ 9 ਸਾਲਾਂ ਦਾ ਬੱਚਾ, ਉਹਨੂੰ ਉਹ ਤਾਂ ਸੀਗੀ ਗੁਰੂ ਗੋਬਿੰਦ ਸਿੰਘ ਜੀ, ਤਾਂ ਉਸਨੂੰ ਪਤਾ ਸੀ ਵੀ ਮੇਰੇ ਪਿਤਾ ਨੇ ਸ਼ਹੀਦ ਬਣਨਾ ਆ। ਜਦੋਂ ਉਹਨੇ ਮੰਨਿਆ ਸੀ ਵੀ ਜਾ ਕੇ ਮੁਗਲਾਂ ਦੇ ਨਾਲ ਗੱਲ ਕਰੂਗਾ, ਤਾਂ ਜਿਹੜੇ ਕਸ਼ਮੀਰੀ ਪੰਡਤ ਵਾਸਤੇ ਉਹਨਾਂ ਨੇ ਜਿੱਦਾਂ ਆਪਣਾ ਸਿਰ ਦਿੱਤਾ ਸੀਗਾ, ਤਾਂ ਸਾਰੇ ਜਿੱਦਾਂ ਹੁਣ ਸਾਡੇ ਕਈਆਂ ਨੂੰ ਪਤਾ ਵੀ ਨਹੀਂ ਸੀ ਵੀ ਕਿੰਨੀ ਵੱਡੀ ਸੈਕਰੀਫਾਈਸ ਉਹਨਾਂ ਨੇ ਕੀਤੀ ਸੀਗੀ। ਸੋ ਉਸ ਟਾਈਮ ਤੇ ਜਿਹੜੇ 9 ਸਾਲਾਂ ਦੇ ਬੱਚੇ ਨੇ ਬਹੁਤ ਜਿੱਦਾਂ ਐਗਜ਼ਾਮਪਲ ਆਫ ਸੈਲਫਲੈਸਨੈਸ ਦਿਖਾਈ ਸੀ, ਨਿਰਸਵਾਰਥ ਤਾਂ ਡਿਟੈਚ। ਤਾਂ ਆਪਾਂ ਹੁਣ ਦੇਖਦੇ ਵੀ ਉਹਨੇ ਕਿੰਨੀ ਹਿੰਮਤ ਸੀ ਉਹਦੇ ਕੋਲ। ਤਾਂ ਅਗੇਨ ਵੀ ਉਹ ਸ਼ਹੀਦ ਜਿੱਦਾਂ ਪਤਾ ਸੀ ਵੀ ਉਹਦੇ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਉਹ ਐਕਟ ਕੀਤੀ ਸੀ ਵੀ ਉਹ ਸ਼ਹੀਦ ਬਣ ਜੂਗੀ, ਪਰ ਗੁਰੂ ਗੋਬਿੰਦ ਸਿੰਘ ਨੇ ਦਿਲ ਦੇ ਵਿੱਚ ਕੁਝ ਆਇਆ ਨਹੀਂ ਸੀ ਵੀ ਮੇਰੇ ਤੇ ਇਹ ਕੀ ਚੀਜ਼ ਹੈਗੀ ਵੀ ਮੈਂ ਆਪਣੇ ਵਾਸਤੇ ਨਹੀਂ ਉਹਨੇ ਸੋਚਿਆ ਸੀ, ਉਹਨੇ ਸਾਰੇ ਜੱਗ ਦਾ ਸੋਚਿਆ ਸੀਗਾ। ਸੋ ਭੈਣ ਜੀ ਵੀ ਜਦੋਂ ਆਪਾਂ ਇਹ ਸਾਖੀ ਜਿੱਦਾਂ ਪੜ੍ਹਦੇ ਹੈਗੇ ਵੇ, ਕੀ ਤੁਸੀਂ ਸਿੱਖਿਆ ਸੀ, ਕੀ ਸੰਗਤ ਨੂੰ ਦੱਸਣਾ ਚਾਹੁੰਦੇ ਹੈਗੇ ਇਸ ਸਾਖੀ ਵਾਸਤੇ? ਹਾਂਜੀ ਭੈਣ ਜੀ ਗੁਰੂ ਤੇਗ ਬਹਾਦਰ ਜੀ ਹੁਣੀ ਧਰਮ ਤੇ ਜ਼ੁਲਮ ਦੇ ਰਾਖਸ਼ਾਂ ਲਈ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਹੁੰਦੇ ਸੀਗੇ। ਤੇ ਜਦੋਂ ਔਰੰਗਜ਼ੇਬ ਨੇ ਜ਼ੁਲਮ ਕਰਦੇ ਹੁੰਦੇ ਸੀਗੇ ਕਸ਼ਮੀਰੀ ਪੰਡਤਾਂ ਦੇ ਉੱਤੇ, ਉਹਨਾਂ ਨੂੰ ਸੀਗਾ ਕਿ ਤੁਸੀਂ ਸਾਡਾ ਧਰਮ ਕਬੂਲ ਕਰੋ, ਔਰੰਗਜ਼ੇਬ ਨੂੰ ਸੀਗਾ। ਤੇ ਫਿਰ ਕਸ਼ਮੀਰੀ ਪੰਡਤ ਆਪਣੀ ਬੇਨਤੀ ਲੈ ਕੇ ਆਏ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਿ ਸਾਡੇ ਤੇ ਅਤਿਆਚਾਰ ਹੋ ਰਿਹਾ ਹੈਗਾ, ਸਾਡੇ ਤੇ ਜ਼ੁਲਮ ਹੋ ਰਿਹਾ ਹੈਗਾ ਆ। ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਉਹਨਾਂ ਦੀ ਬੇਨਤੀ ਸੁਣੀ, ਉਹਨਾਂ ਨੇ ਵਿਚਾਰੀ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਾਲ ਫਿਰ ਤੁਸੀਂ ਹੁਣ ਦੱਸਿਆ ਬਹੁਤ ਸੋਹਣਾ ਕਿ ਕਿੰਨੀ ਛੋਟੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੇ ਸੀਗੇ, ਕਿੰਨੀ ਛੋਟੀ ਉਮਰ ਆ ਹਨਾ। ਤਾਂ ਉਹਨਾਂ ਨੇ ਕਿਹਾ ਆਪਣੇ ਪਿਤਾ ਜੀ ਉਹਨਾਂ ਨੂੰ, ਤੁਹਾਤੋਂ ਵੱਡੇ ਹੋਰ ਕੋਈ ਨਹੀਂ ਹੈਗੇ, ਕੋਈ ਨਹੀਂ ਦਿਸਦਾ ਹੈਗਾ ਮੈਨੂੰ, ਤੁਸੀਂ ਜਾਓ। ਕੌਣ ਆਪਣਾ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਏਦਾਂ ਭੇਜਦੇ ਹੈਗੇ ਆ ਹਨਾ। ਤਾਂ ਗੁਰੂ ਤੇਗ ਬਹਾਦਰ ਜੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਥਾਪ ਗਏ ਸੀਗੇ ਜਾਣ ਤੋਂ ਪਹਿਲਾਂ ਹਨਾ। ਐਂਡ ਇੱਥੇ ਭੈਣ ਜੀ ਹੈ ਨਾ, we need to learn here, which is that ਜਦੋਂ ਗੁਰੂ ਜੀ went, ਉਹ ਸਾਡੇ ਲਈ ਨਹੀਂ ਗਏ ਸੀਗੇ ਉਸ defend ਕਰਨ ਨੂੰ, he went for another faith। ਤਾਂ ਇੱਥੇ it does teach us that all faiths are equal, ਸਾਰੇ ਧਰਮ ਇੱਕੋ ਜਿਹੇ ਹੈਗੇ ਆ, ਸਿਰਫ ਇੱਕ ਸਿੱਖੀ ਨਹੀਂ ਸੁਪਰੀਮ ਹੈਗੀ, ਸਿੱਖੀ ਨਹੀਂ ਉੱਚੀ ਹੈਗੀ। We must treat everyone equal, and it's very important to learn from Guru Tegh Bahadur Ji's Shahidi that when it's time to stand up for humanity, Guru Tegh Bahadur Ji gave us that example, and we should always be ready for that। And ਜਦੋਂ ਫਿਰ ਗੁਰੂ ਤੇਗ ਬਹਾਦਰ ਜੀ ਹੁਣੀ ਗਏ ਸੀਗੇ, ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਹੁਣੀ, ਭਾਈ ਸਤੀ ਦਾਸ ਜੀ ਹੁਣੀ, ਭਾਈ ਦਿਆਲਾ ਜੀ ਹੁਣੀ, ਉਹ ਵੀ ਉਹਨਾਂ ਦੇ ਨਾਲ ਹੋਰ ਸ਼ਰਧਾਲੂ ਨਾਲ ਗਏ ਹਨਾ। ਤਾਂ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਗਏ ਸੀਗੇ, ਸ਼ਹੀਦੀ ਪਾਉਣ ਨੂੰ ਨਹੀਂ ਉਹ ਗਏ ਸੀਗੇ, ਉਹ ਗਏ ਸੀਗੇ ਔਰੰਗਜ਼ੇਬ ਦੇ ਨਾਲ ਗੱਲ ਕਰਨ ਨੂੰ ਕਿ ਜਿਹੜੇ ਵੀ ਉਹ ਕੰਮ ਕਰਦੇ ਆ, ਉਹ ਜਿਹੜਾ ਜ਼ੁਲਮ ਕਰਦੇ ਸੀਗੇ ਕਸ਼ਮੀਰੀ ਪੰਡਤਾਂ ਦੇ ਉੱਤੇ, ਉਹ ਮਨੁੱਖੀ ਗੱਲ ਨਹੀਂ ਸੀਗੀ, ਇਹ ਚੰਗੀ ਗੱਲ ਨਹੀਂ ਸੀਗੀ ਜਿਹੜਾ ਉਹ ਕਰ ਰਹੇ ਸੀਗੇ। ਤਾਂ ਔਰੰਗਜ਼ੇਬ ਨੂੰ ਸੀਗਾ ਕਿ ਤੁਸੀਂ ਸਾਡਾ ਜਿਹੜਾ ਇਸਲਾਮ ਦਾ ਧਰਮ ਆ ਉਹਨੂੰ ਕਬੂਲ ਕਰ ਲਵੋ ਤਾਂ ਮੈਂ ਇਹ ਜ਼ੁਲਮ ਕਰਨ ਨੂੰ ਹਟ ਜਾਊਂਗਾ, ਜਾਂ ਨਹੀਂ ਤੁਸੀਂ ਕਬੂਲ ਕਰਨਾ ਹੈਗਾ ਤਾਂ ਫਿਰ ਤੁਸੀਂ ਮੌਤ ਨੂੰ ਮਨਜ਼ੂਰ ਕਰ ਲਓ। ਤਾਂ ਗੁਰੂ ਜੀ ਕਹਿੰਦੇ ਮੈਂ ਇੱਥੇ ਤੁਹਾਡਾ ਧਰਮ ਨਹੀਂ ਕਬੂਲ ਕਰਨ ਆਏ ਹੈਗੇ, ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਏ ਹੈਗੇ ਆ ਹਨਾ, ਕਿ ਮੈਂ ਰੱਖਿਆ ਕਰਨ ਆਇਆ ਆ ਇਹਨਾਂ ਦੀ, ਮੈਂ ਇਹ ਚੰਗਾ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਕਰਦੇ ਹੈਗੇ ਆ। ਤਾਂ ਫਿਰ ਗੁਰੂ ਜੀ ਕਹਿੰਦੇ ਕਿ ਤੁਸੀਂ ਕੀ ਚਾਹੁੰਦੇ ਹੈਗੇ ਹੋ, ਔਰੰਗਜ਼ੇਬ ਨੂੰ ਕਹਿੰਦੇ ਸੀਗੇ। ਤਾਂ ਉਹ ਕਹਿੰਦੇ ਕਿ ਤੁਸੀਂ ਸਾਡਾ ਧਰਮ ਕਬੂਲ ਕਰੋ, ਜੇ ਨਹੀਂ ਧਰਮ ਕਬੂਲ ਕਰਨਾ ਤਾਂ ਤੁਸੀਂ ਫਿਰ ਕੋਈ ਸੀਸ ਦੇਵੋ, ਆਪਣਾ ਸਿਰ ਦੇਵੋ। ਤਾਂ ਗੁਰੂ ਜੀ ਉਹਨਾਂ ਨੇ ਉਦੋਂ ਉਹ ਡੋਲੇ ਨਹੀਂ, ਉਹਨਾਂ ਨੇ ਕਹਿਤਾ ਕਿ ਤੇ ਮੈਂ ਤਿਆਰ ਹਾਂ ਆਪਣਾ ਸੀਸ ਦੇਣ ਨੂੰ। ਉਦੋਂ ਫਿਰ ਗੁਰੂ ਜੀ ਉਹਨਾਂ ਨੇ ਆਪਣਾ ਸੀਸ ਦਿੱਤਾ। ਐਂਡ it's, I mean, even just to think about it, ਭੈਣ ਜੀ,
Guru Ji not even thought about it. He just ਉਹਨਾਂ ਨੇ ਕਹਿਤਾ ਮੈਂ ਤਿਆਰ ਖੜੇ ਹੈਗੇ ਆ ਨਾ ਕਿ ਕਸ਼ਮੀਰੀ ਪੰਡਤਾਂ ਲਈ ਗੁਰੂ ਜੀ ਉਹਨਾਂ ਨੇ he gave his life up for them for another faith. He also ਤੇ ਭੈਣ ਜੀ ਇਹ ਵੀ ਆਪਾਂ ਸੋਚੇ ਕਰਕੇ ਜੇ ਇਹ ਨਈ ਚੀਜ਼ ਇਹ ਜੇ ਨਈ ਗੁਰੂ ਤੇਗ ਬਹਾਦਰ ਮੋੜੇ ਹੁੰਦਾ ਤਾਂ ਜਿਹੜਾ ਹੈਗਾ ਆ ਹਿੰਦੂਆਂ ਦਾ ਜਿਹੜਾ ਮਾਰਜਨ ਸੀ ਉਹ ਤਾਂ ਉਸੇ ਵੇਲੇ ਮੁੱਕ ਜਾਣਾ ਸੀਗਾ ਇੰਡੀਆ ਦੇ ਵਿੱਚ। ਹਾਂਜੀ ਫਿਰ ਕੋਈ ਹੋਣਾ ਹੀ ਨਹੀਂ ਧਰਮ ਸਿਰਫ ਇਸਲਾਮ ਹੀ ਹੋਣਾ ਸੀਗਾ ਜੀ ਫਿਰ ਕੋਈ ਹੋਰ ਧਰਮ ਹੋਣਾ ਹੀ ਨਹੀਂ ਸੀਗਾ ਹਨਾ। And ਭੈਣ ਜੀ what we do need to learn is that ਗੁਰੂ ਜੀ ਜਦੋਂ ਉਹ ਸੀਸ ਦੇ ਗਏ ਸੀਗੇ ਉਹਨਾਂ ਦਾ ਸੰਸਕਾਰ ਕਿੰਨਾ ਸਤਿਕਾਰ ਨਾਲ ਹੋਇਆ ਹਨਾ ਜੀ। ਭਾਈ ਮਹਿਤਾ ਜੀ ਉਹਨਾਂ ਦਾ ਸੀਸ ਲੈ ਕੇ ਗਏ ਉਹਨਾਂ ਦਾ ਸੰਸਕਾਰ ਕੀਤਾ ਉਹ ਇੱਕ ਥਾਂ ਹੋਇਆ ਹਨਾ। ਤਾਂ ਭਾਈ ਲਖਾ ਸ਼ਾਹ ਬੰਜਾਰਾ ਉਹ ਉਹਨਾਂ ਦੀ ਧੜ ਲੈ ਕੇ ਗਏ ਉਹ ਆਪਣੇ ਘਰ ਲੈ ਕੇ ਗਏ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਕਿੰਨੀ ਰਿਸਪੈਕਟ ਦਿੱਤੀ ਉਹਨਾਂ ਨੂੰ ਹਨਾ। ਤਾਂ ਇਹ ਹੁਣ ਅੱਜ ਵੀ ਆਪਣੇ ਕੋਲ ਖੜੇ ਹੈਗੇ ਆਪਣੇ ਗੁਰਦੁਆਰੇ ਜਿੱਥੇ ਗੁਰੂ ਜੀ ਉਹਨਾਂ ਨੇ ਸ਼ਹੀਦ ਹੋਏ ਹੈਗੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈਗਾ ਦਿੱਲੀ ਦੇ ਵਿੱਚ। ਤਾਂ ਜਿੱਥੇ ਗੁਰੂ ਜੀ ਉਹਨਾਂ ਦੀ ਧੜ ਸੰਸਕਾਰ ਹੋਈ ਸੀਗੀ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ ਹੈਗਾ ਆ। ਹਿਸਟਰੀ ਕਿੰਨੀ ਗੁਰੂ ਜੀ ਉਹਨਾਂ ਨੇ ਸਾਡੇ ਲਈ ਕਿੰਨਾ ਕੁਛ ਕਰਕੇ ਗਏ ਹੈਗੇ ਆ। that is for me that's ਸੱਚੀ ਬਹੁਤ ਵੱਡੀ ਕੁਰਬਾਨੀ ਸਾਡੇ ਲਈ ਗੁਰੂ ਜੀ ਹੁਣੀ ਬਹੁਤ ਕਰਕੇ ਗਏ ਹੈਗੇ ਆ ਪਰ ਆਪਾਂ ਨੂੰ ਸਿੱਖਣਾ ਚਾਹੀਦਾ ਇਸ ਤੋਂ। ਹਾਂਜੀ ਨਾਲੇ ਅਸੀਂ ਇਹ ਸੰਗਤ ਜੀ ਨੂੰ ਕਹਿੰਦੇ ਵੇ ਇਹ ਮਹੀਨੇ ਦੇ ਵਿੱਚ ਠੀਕ ਆ ਕ੍ਰਿਸਮਸ ਦੀ ਮਨਾ ਹੁੰਦੀ ਪਰ ਇਹ ਵੀ ਜ਼ਰੂਰ ਤੁਸੀਂ ਆਪਣੇ ਮਨ ਦੇ ਵਿੱਚ ਸੋਚੋ ਵੀ ਸਿੱਖੀ ਦੇ ਵਿੱਚ ਕਿੰਨੀਆਂ ਵੱਡੀਆਂ ਚੀਜ਼ਾਂ ਉਸ ਟਾਈਮ ਹੋਈਆਂ ਸੀ ਜਿਹੜਾ ਇਹ ਮਹੀਨੇ ਦੇ ਵਿੱਚ ਅਸੀਂ ਉਸ ਟਾਈਮ ਆ ਹੋਇਆ ਸੀਗਾ। ਤਾਂ ਸਿੱਖ ਜਿੱਥੇ ਵੀ ਬੈਠੇ ਹੈਗੇ ਆ to see Guru Tegh Bahadur stood up against tyranny not just for his own faith but for all faiths. Thank you ਭੈਣ ਜੀ। ਅੱਛਾ ਦਲਵਿੰਦਰ ਭੈਣ ਜੀ ਤੁਸੀਂ ਇਹ ਸੁਣ ਕੇ ਜਿਹੜਾ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਨ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੈਗੇ ਸੰਗਤ ਜੀ ਨੂੰ? ਹਾਂਜੀ ਭੈਣ ਜੀ so Benji's really explained everything so well and you have as well Benji but it's really reinforcing that message that Guru Tegh Bahadur Ji sacrificed his life for the right for any religion to be there. And that's really important without that happening as Benji said Hindus wouldn't be here, Sikhs wouldn't be here, so we really have to really take this because this is so big. Without this we wouldn't be here. So I just say to really remember Guru Tegh Bahadur Ji for everything that he did and we should say thank you. It's such a huge honour what he did for us and the right to everybody to have their right to have their own religion. That's huge. That's huge Benji. Yeah, thank you Benji. So Sangat Ji, this is a time to remember the sacrifice of Guru Tegh Bahadur Ji and Guru Gobind Singh Ji. तो हो सिर्फ 9 ਸਾਲਾਂ ਦਾ ਬੱਚਾ ਸੀ ਉਸ ਟਾਈਮ ਪਰ ਕਿੰਨੀ ਉਹਨਾਂ ਨੇ ਲੰਬੀ ਸੋਚਣੀ ਸੀਗੀ ਤਾਂ ਕਿੱਦਾਂ ਆਪਾਂ ਆਪਣੇ ਆਪ ਨੂੰ we need to educate ourselves and not forget our rich Sikh history. Yes, it's a time of sober time ਹੈਗਾ ਆ ਤਾਂ ਬੰਦੇ ਨੂੰ ਬੜਾ ਉਦਾਸ ਹੁੰਦੇ ਆ ਵਿਆਹ ਸੁਣ ਕੇ but Sikhs need to draw strength from this courage and stand strong in their faith. ਕਿੰਨੀ ਵੱਡੀ ਕੁਰਬਾਨੀ ਕੀਤੀ ਸੀ ਗੁਰੂ ਤੇਗ ਬਹਾਦਰ ਨੇ ਤਾਂ ਸਾਨੂੰ ਇਹ ਹੋਣਾ ਚਾਹੀਦਾ ਆ to always stand up for truth and adversity against tyranny. Sangat Ji, this also makes us think about the upbringing of the Char Sahibzade at this time and also understand what kind of upbringing, what kind of character was instilled upon them by Mata Gujri, their maternal grandmother, and Guru Gobind Singh Ji. So Mata Gujri ਜਿੱਦਾਂ ਆਪਾਂ ਕਹਿ ਸੀ ਵੇ ਚਾਰ ਸਾਹਿਬਜ਼ਾਦੇ ਦੀ ਦਾਦੀ ਮਾਂ ਸੀਗੀ ਤਾਂ ਉਹ ਸੀਗੀ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਸਾਨੂੰ ਇਹ ਵੀ ਪਤਾ ਸੀ ਵੀ ਉਹ ਧਰਮ ਪਤਨੀ ਸੀ ਗੁਰੂ ਤੇਗ ਬਹਾਦਰ ਜੀ ਦੀ। So ਹੁਣ ਆਪਾਂ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ। They were the sons of Guru Gobind Singh Ji. ਵੱਡੇ ਸਾਹਿਬਜ਼ਾਦੇ were martyred battling the evil forces in the battlefield of Chumkaur Sahib Ji in 1704. They were 18 and 14 respectively. Baba Ajit Singh Ji and Baba Jujhar Singh Ji.
फिर छोटे Shahzade were martyred by the Mughals in Sirhind at the age of 6 and 9 respectively, Baba Zowar Singh Ji ਤੇ Baba Fateh Singh Ji. So Dalvinder Bhen ji, ਇਹ ਜਦੋਂ ਸੁਣ ਕੇ ਵੀ ਜਿੰਦਾ ਕਿੰਨੇ ਛੋਟੇ ਸੀ ਜਾਂ ਕਿੰਨੀ ਉਮਰ ਥੋੜੀ ਸੀ ਕਿ ਸਾਹਿਬਜ਼ਾਦਿਆਂ ਦੀ, ਪਰ ਪੜ੍ਹ ਕੇ ਮੈਨੂੰ ਇਹ ਜਿੱਦਾਂ ਮਨ ਦੇ ਵਿੱਚ ਆਇਆ ਵੀ ਕਿੰਨੀ ਮਾਤਾ ਗੁਜਰੀ ਨੇ ਆਪਣੇ ਜਿੱਦਾਂ ਹਿੰਮਤ ਕੀਤੀ ਸੀਗੀ, selflessness and sacrifice for us, the Sangat, for ਧਰਮ ਦੇ ਵਾਸਤੇ. In my humble opinion, she was the woman who created these brave men, these 4 young soldiers, for them to take such a sacrifice for the Panth. And as women, we feel the pain and sacrifice that Mataji must have went through when she heard about the shaheed of the Badde Shahzade, the Chote Shahzade. ਉਹਦੇ ਮਨ ਦੇ ਵਿੱਚ ਕੀ ਗੁਜ਼ਰਿਆ ਹੋਊਗਾ ਜਦੋਂ ਉਹਨੇ ਸੁਣਿਆ ਸੀ ਵੀ ਜਿੱਦਾਂ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀਗੇ. ਸੋ ਭੈਣ ਜੀ, ਟਾਲੀ ਭੈਣ ਜੀ, ਜਦੋਂ ਮਾਤਾ ਗੁਜਰੀ ਤੇ ਜਿੱਦਾਂ ਆਪਾਂ ਪੜ੍ਹ ਕੇ ਹੁਣ ਪਤਾ ਹੈਗਾ ਸਾਖੀ ਦੇ ਵਿੱਚ ਵੀ ਉਹ what a big force she was in the Sikh ਪੰਥ, ਜਿਹੜਾ ਉਹਦਾ ਦਿੱਤਾ ਕੋਈ ਨਹੀਂ ਦੇ ਸਕਦਾ ਵੀ ਉਹਨੇ ਕੀ ਕੀਤਾ ਸੀ. ਭੈਣ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਮਾਤਾ ਗੁਜਰੀ ਵਾਸਤੇ? Anji Benji, I just want to say first, when I read about Mata Gujari, it's such a huge honour and blessing to talk about somebody as amazing as Mata Gujari. When I read about Mata Gujari, I was really amazed at how strong and how brave and resilient she was as a woman. And Mata Gujari was the wife of the 9th Guru, Tegh Bahadur Sahib Ji, and the mother of Guru Gobind Singh Ji. And the grandmother of the Jar Sahibzade. Mata Gujri played a huge part in our Sikh faith and history, and Mataji also bravely showed us how she dealt with each stage of a woman's life. So as a mother, as a wife, as a teacher, as a leader, and a grandmother as well. And Mata Gujri was the wife of the 9th Guru Sahib Ji, Guru Tegh Bahadur Ji, and she supported him in the Guru's mission work. And she also had to accept the Shahidi of Guru Tegh Bahadur Ji, whom sacrificed his life for the right of all religions to practice, which Benji has just talked about as well. She was also the mother of the 10th Guru, Guru Gobind Singh Ji. After Guru Tegh Bahadur Ji's Shahidi, Mataji had to help look after the Panth and also help with the Langar system as well. So she's shown us really good leadership qualities as well. And as a mother, she had a great role in the upbringing of Guru Gobind Singh Ji, and she also arranged the marriage of Guru Gobind Singh Ji, and she ensured that as a couple they practiced and honoured Guru Nanak Dev Ji's teachings as well. Mata Gujri was the grandmother of the Jar Sahibzade, and there she played another huge role in the upbringing of the Sahibzade. However, she was particularly close to the younger two, who were 6 and 9 at the time. And as I was reading about Mata Gujri, I came across this really important Sakhi, which is probably one of the important Sakhis of our Sikh history. And this was the time of when the Mughal Empire ruled India, and Guru Gobind Singh Ji was under huge attack, and Guru Gobind Singh Ji and the family had to leave Anandpur. And during this time, Mataji Gujri was around 81 years old, and she had to accompany the Chote Sahibzade alongside Guru Gobind Singh Ji. But unfortunately, she got separated at the river Sarsa upon the flee from Anandpur. But she had a servant there who was looking after her, and he took her and the Chote Sahibzade to the nearest village. But the servant, unfortunately, he betrayed her so much, and what he did was, when he took her to the village, he then handed her in to the Mughal authorities, who then, once they caught them, they imprisoned them, and they kept them in this really cold tower. And this was during the winter time as well. The tower was open, and the cold wind would rush in, and they were tortured for days and days. But during this time, Mata Gujri would recite Bani and teach the younger Sahibzade of the importance of Bani to keep them strong during this really challenging time.
At that time, the Mughal authorities each day would send the Chote Sahibzade to the court to instruct them to convert, but they refused. And Mata Gujari kept them strong in their Sikhi, in their Sikh belief. But the Mughal authorities ordered for the Chote Sahibzade to be bricked alive and martyred them. And it was due to the Mata Gujari's teachings that 6-year-old and 9-year-old did not budge from their dharma and attained martyrdom. Mata Gujari, when she heard about the Shahidi of the Chote Sahibzade, she was in so much shock. But that day she attained martyrdom the same day as her grandsons. And I think, this story just makes me think, how much they sacrificed for our Sikhi religion, and that we should honour Mata Gujari because in all stages of her life and all the challenges she faced, she stayed true to her loyalty and belief in Sikhi. She showed us how to stay strong and resilient and, everything throughout her lifetime. And I think we could all take inspiration from that. But most importantly, that day, and the role that she played to the Chote Sahibzade, to have a really strong faith in Sikhi. And this is probably why Sikhis are alive today. And we should honour and, really thank them for what they did that day. Mata Gujari also has shown us, as long as we have Sikhi and the Sikh faith within us, that we can conquer any challenge that comes our way. I mean, Benji, this is only a small overview of Mata Gujari's life, and I would say to the Sangat to please, read about Mata Gujari, because there's so much to learn about them and the Chote Sahibzade as well. And, I would encourage everybody to go out and read and learn about this. But this is from my own learning, and I have so much to learn about Mata Gujari. But from this, it's really shown me a lot about how to be strong and to keep Sikhi within us all the time. And I think we should really, remember that and honour that day, and we should be really grateful for what they did for us. So I just want to say thank you. Thanks, Benji. Thank you, Benji. So, Sangat ji, apa माता गुजरी दा साखी सुनी सीगी जी को बड़ी बहुत सुनाई सीगी ਤਾਂ ਹੁਣ ਆਪਾਂ ਸੋਚਦੇ ਹਾਂ ਜਿਹੜੇ ਮਾਤਾ ਗੁਜਰੀ ਸੀ she was a unique individual ਮਾਤਾ ਗੁਜਰੀ ਜਿਹੜਾ ਦਿੱਤਾ ਅਸੀਂ ਦੇ ਹੀ ਨਹੀਂ ਸਕਦੇ ਸੰਗਤ ਜਿੱਦਾਂ ਹੈਗੀ ਹੈ ਧਰਮ ਜੋ ਉਹਨੇ ਕੀਤਾ ਪੰਥ ਵਾਸਤੇ ਮਾਤਾ ਗੁਜਰੀ ਧਰਮ ਪਤਨੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਉਹ ਸੀ 9ਵੇਂ ਪਾਤਸ਼ਾਹ ਤਾਂ ਉਹ ਆਪ ਸ਼ਹੀਦ ਬਣ ਗਏ ਸੀ ਤਾਂ ਮਾਤਾ ਗੁਜਰੀ ਸੀ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਉਹਦੀ ਮਾਤਾ ਸੀਗੀ ਤਾਂ ਉਹ ਸੀ 10ਵੇਂ ਪਾਤਸ਼ਾਹ ਸਾਡੇ ਸਿੱਖੀ ਦੇ ਵਿੱਚ ਤਾਂ ਫਿਰ ਮਾਤਾ ਗੁਜਰੀ ਦਾਦੀ ਮਾਂ ਸੀ ਸਾਹਿਬਜ਼ਾਦਿਆਂ ਨੂੰ ਤਾਂ ਉਹ ਸੀ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਂ ਉਹ ਵੀ 4 ਸਾਹਿਬਜ਼ਾਦੇ ਸ਼ਹੀਦ ਬਣੇ ਸੀਗੇ ਤਾਂ ਮਾਤਾ ਗੁਜਰੀ ਆਪ ਵੀ ਸ਼ਹੀਦ ਬਣ ਗਈ ਸੀਗੀ so if we look at Mata Gujari she was that unique position where she had done so much for the faith. She had never lost her strength and her courage. So Mata Gujari sunke as a women's contribution through Sikh history, we can see that Mata Gujari was perfect embodiment of what women's empowerment is. That Guru Nanak Dev Ji ne sanu dasya si Mata Gujari is strength of character, she's courage, she never failed on her duty. So it's really important that ਅਸੀਂ ਮਾਤਾ ਗੁਜਰੀ ਨੂੰ ਯਾਦ ਕਰੀਏ ਜੇ ਸਾਨੂੰ ਯਾਦ ਕਰਨਾ ਚਾਹੀਦਾ ਤਾਂ ਉਹਦੀ ਲਾਈਫ ਨੂੰ ਮਨਾਉਣਾ ਚਾਹੀਦਾ ਹੈ So Guru Nanak Dev Ji talked about equality amongst men and women. He gave us equal opportunities to both. And our Reboot Punjab program here is committed to women's empowerment. And we also talk quite often about the Guru Nanak Dev Ji's 3 founding principles. ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਛਕੋ ਜਦੋਂ ਹੁਣ ਆਪਾਂ ਕਹਿੰਦੇ ਵੰਡ ਕੇ ਛਕੋ ਦਾ ਇਹ ਜਿਹੜਾ ਮਤਲਬ ਹੈਗਾ ਵੀ ਆ ਜਿਹੜਾ ਸਾਡਾ 10ਵਾਂ ਹਿੱਸਾ ਆਪਣੀ ਤਨਖਾਹ ਦਾ ਅਸੀਂ ਇਹ ਦਸਵੰਧ ਦਈਏ to people who are less fortunate or causes less fortunate so let's focus on Vand Ke Chako, contributing to women's empowerment by supporting this worthy cause of training a teacher where we educate underprivileged girls in Punjab and the surrounding areas.
So ਭੈਣ ਜੀ ਪਰਮਜੀਤ ਭੈਣ ਜੀ so ਅੱਜ ਜਿਹੜਾ ਹੈਗਾ ਆ ਵੰਡ ਕੇ ਛਕੋ in the form of ਦਸਵੰਧ what does contributing your duswand to train a teacher program make possible to women and children by the Golgotha Trust? What would you like to say to the Sangat, Benji? And Guru Nanak Dev Ji came to make our life better, so we must follow in his footsteps and make life better for others through our community bank called Duswand. And Guru Nanak has told us कि सिर्फ सेवा ਦੇ ਨਾਲ ਨਹੀਂ ਗੱਲ ਬਣਨੀ ਹੈਗੀ ਕਿ ਆਪਾਂ ਨੂੰ ਨਾਮ ਵੀ ਜਪਣਾ ਪੈਣਾ ਕਿਰਤ ਵੀ ਕਰਨੀ ਪੈਣੀ ਹੈ ਤੇ ਵੰਡ ਕੇ ਵੀ ਛਕਣਾ ਹੈਗਾ ਆ ਸੋ ਆਪਣੇ 10 we've got 3 pillars and they're all equal 10 ਥੰਮੇ ਆਪਣੇ ਉਹ ਤਿੰਨੋਂ ਬਰਾਬਰ ਹੈਗੇ ਆ ਕਿ ਜੇ ਆਪਾਂ ਆਪਣੀ ਲਾਈਫ ਅਪਲਿਫਟ ਕਰਨੀ ਆ ਸਪਿਰਿਚੁਅਲੀ ਅਪਲਿਫਟਿੰਗ ਕਰਨੀ ਹੈਗੀ ਆ ਉਹ ਆਪਾਂ ਨੂੰ ਇਕੁਅਲੀ ਕਰਨੀ ਪੈਣੀ ਹੈਗੀ ਆ ਕਿ ਇਦਾਂ ਨਹੀਂ ਕਿ ਆਪਾਂ ਸਿਰਫ ਨਾਮ ਜਪਣਾ ਹੈ ਕਿ ਬਾਕੀ ਨਹੀਂ ਕਰਨਾ ਸਾਨੂੰ ਤਿੰਨੋਂ ਚੀਜ਼ਾਂ ਇਕੁਅਲ ਰੱਖਣੀਆਂ ਪੈਣੀਆਂ ਹੈਗੀਆਂ ਆ ਹਾਂਜੀ ਅੱਜ ਜਿਹੜੀ ਤੁਸੀਂ ਕਿਹਾ ਜਿੱਦਾਂ ਆਪਾਂ ਹਮੇਸ਼ਾ ਅਸੀਂ ਦੁਨੀਆਦਾਰੀ ਦਾ ਸੋਚਦੇ ਹੁੰਦੇ ਆ ਅਸੀਂ ਇਹ ਨਹੀਂ ਸੋਚਦੇ ਵੀ ਜਿੱਦਾਂ ਇਹ ਤੇਰੇ 3 ਥੰਬੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੇ ਆ ਵੀ ਇਹ ਇੱਕ ਦੇ ਨਾਲ ਨਹੀਂ ਸਿਰਫ ਸਾਰ ਹੁੰਦਾ ਇਹ ਤਿੰਨੇ ਹੀ ਬਰਾਬਰ ਹੀ ਕਰਨੇ ਚਾਹੀਦੇ ਆ ਕਰਨੇ ਸਾਨੂੰ ਇਹ ਦਿੱਤਾ ਵੀ ਆ ਵੀ ਸਾਡੀ ਸਿੱਖੀ ਦੇ ਵਿੱਚ ਵੀ ਬਰਾਬਰ ਕਰਿਓ ਤਾਂ ਆਪਾਂ ਇਹ ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਗੱਲ ਹੁੰਦੀ ਨਹੀਂ ਅਸੀਂ ਇੱਕ ਚੀਜ਼ ਕਰ ਲੈਣ ਜਿੱਦਾਂ ਨਾਮ ਜਪ ਲੈਂਦੇ ਆ ਜਾਂ ਕੀਰਤ ਕਰਦੇ ਪਰ ਸਾਨੂੰ ਦਸਵੰਧ ਦਾ ਚੇਤਾ ਭੁੱਲ ਜਾਂਦਾ ਜਾਂ ਇਹ ਤਿੰਨ ਚੀਜ਼ਾਂ ਬਰਾਬਰ ਦੀਆਂ ਹੈਗੀਆਂ ਆ ਤਾਂ for a good spiritual life we should do all three. So Panji, Dali Panji, what does Vand Ke Chako in the form of train a teacher make possible for these young girls in Punjab? Anji Benji. So, I mean, Benji's explained quite a lot there, and I think, you know, if we look at train the teacher and this one, I think, you know, there's a lot of women out there that really want to succeed and they really want to do well in their lives. You know, there's so many women who want to be educated and, you know, that want to pass on Sikhi as well. With the Golgotha Trust, their education is spiritual and it's literacy based as well. But this Sikhi and everything we've talked about today, you know, we've talked about how the Gurujis they fought for us to have Sikhi. And you know, we have women out there that want to teach children Sikhi, and we can see with Mata Gujari that, you know, throughout their life that everything about Sikhi is, you know, instilled at different stages, you know. So, you know, this is so important for us to help our you know, women in our society to be able to teach, to educate, so that they can also educate about Sikhi, because, you know, this can be carried on. In form of this one, I'd say to everybody, please, if you can donate, you know, again, this is such a huge thing where we can change women's lives and change people's lives. And again, teach them about Sikhi, teach them about education, but also that Sikhi can, you know, can remain there as well. Again, we've learned so much about all the sacrifices that were made. So it's important for us to help women as well to be able to teach this and pass this on, just as Mata Gujari did. So yeah, Benji, that's what I would say. Thank you, Benji. So Sangat Ji, let us remember Guru Gobind Singh Ji sacrificed this 4 Sabjade for us. Guru Gobind Singh Ji said that 4 are shaheed, but we have thousands that are alive in the form of the Khalsa Forge. Now Sangat Ji, is our moral duty as the privileged ones. It's our moral duty to help those who are less fortunate than us, as Guru Gobind Singh Ji commanded us, as gave us that hukam. So Sangat Ji, please come forward and support the Sangat. Sada farj banda hai gaya. We are appealing for the swans to change these children's jeevan. Just £1 a day can make that difference. It's less than a cup of coffee. To educate these teachers using your contribution. Sangat Ji, we are requesting you put your Daswand forward in the form of, you can sponsor a child, you can sponsor a classroom, you can sponsor a teacher or sponsor a school. The details are appearing on your screen.
if you want to learn more about this, you can go to www.educate to save. ਜੇ ਤੁਸੀਂ ਸੇਵਾਦਾਰ ਦੇ ਨਾਲ ਗੱਲ ਕਰਨਾ ਚਾਹੁੰਦੇ ਵੀ ਕਿੱਦਾਂ ਤੁਸੀਂ ਦਸਵੰਧ ਦੇ ਸਕਦੇ ਆ to train a teacher, train a child, train a classroom or train a school, ਤਾਂ ਤੁਸੀਂ ਨੰਬਰ ਸਕਰੀਨ ਤੇ ਡਾਇਲ ਕਰੋ ਤਾਂ ਸੇਵਾਦਾਰ ਤੁਹਾਡੀ ਮਦਦ ਕਰੂਗੇ. So myself and the Panji and the Sevadars appeal to you to support this cause. They rely 100% on your donations from Sangat. So ਆਪਾਂ ਗੱਲ ਕੀਤੀ ਸੀ ਵੀ ਅੱਗੇ ਇੱਕ ਟੀਚਰ ਟ੍ਰੇਨ ਕਰਨ ਵਾਸਤੇ £360 ਦਾ ਖਰਚਾ ਹੈਗਾ ਆ. ਇਹ ਫਿਰ ਹੈਗਾ 1 ਸਾਲ ਦਾ ਖਰਚਾ. ਤਾਂ ਟੀਚਰ ਬਣਨ ਵਾਸਤੇ ਇੱਕ ਬੱਚੀ ਨੂੰ 3.5 ਸਾਲ ਪੜ੍ਹਨੇ ਪੈਂਦੇ ਆ ਟੀਚਰ ਬਣਨ ਵਾਸਤੇ. ਹੁਣ ਸਾਡੇ ਕੋਲ 1000 ਟੀਚਰਾਂ ਹੈਗੀਆਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਪੜ੍ਹਦੀਆਂ ਹੈਗੀਆਂ, ਤਾਂ ਹਲੇ ਹੋਰ 1200 ਠਹਿਰਦੀਆਂ ਹੈਗੀਆਂ ਸਪਾਂਸਰਸ਼ਿਪ ਵਾਸਤੇ. ਅਸੀਂ ਉਹ 1200 ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੈਗੇ, ਪਰ ਦਸਵੰਧ ਤੋਂ ਬਗੈਰ ਅਸੀਂ ਪੜ੍ਹਾ ਨਹੀਂ ਸਕਦੇ. ਸੋ ਸੰਗਤ ਜੀ ਬੇਨਤੀ ਹੈਗੀ ਵੀ ਤੁਸੀਂ ਜ਼ਰੂਰ ਅੱਗੇ ਆਵੋ ਤਾਂ ਦਸਵੰਧ ਤੁਸੀਂ ਦੇਵੋ. ਸੋ ਸੰਗਤ ਜੀ ਤੁਹਾਨੂੰ ਪਤਾ ਹੈ ਸਾਡੇ ਜਿਹੜੇ ਮਕਸਦ ਹੈਗਾ ਇਹ ਪ੍ਰੋਗਰਾਮ ਦਾ ਵੇ to raise awareness for women's empowerment. Train a Teacher initiative is run by the Galgita Trust, which provides education to women in rural Punjab. ਤਾਂ ਹੁਣ ਆਪਾਂ ਗੱਲ ਜਦੋਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੈਗੇ ਅਕਤੂਬਰ ਤੋਂ, ਸਾਡਾ ਫੋਕਸ ਹੈਗਾ ਆ ਵੀ ਅਸੀਂ ਟੀਚਰ ਨੂੰ ਟ੍ਰੇਨ ਟੀਚਰ ਦੇ ਇਨੀਸ਼ੀਏਟਿਵ ਤੇ ਅਸੀਂ ਟ੍ਰੇਨ ਕਰੀਏ. ਤਾਂ ਤੁਹਾਡੀ ਸੰਗਤ ਦੇ ਨਾਲ ਦੀ ਮਦਦ ਦੇ ਨਾਲ ਅਸੀਂ 19 ਟੀਚਰਾਂ ਪੜ੍ਹਾਈਆਂ ਹੈਗੇ. ਉਹ 19 ਟੀਚਰਾਂ ਸ਼ੁਰੂ ਕੀਤੇ ਹੈਗਾ ਆਪਣਾ ਪੜ੍ਹਾਈ ਟ੍ਰੇਨ ਟੀਚਰ ਇਨੀਸ਼ੀਏਟਿਵ ਤੇ. ਸੰਗਤ ਜੀ ਸਾਨੂੰ ਬਹੁਤ ਬਹੁਤ ਥੈਂਕ ਯੂ ਅਸੀਂ ਕਹਿੰਦੇ ਆ ਸਾਰੇ ਸੇਵਾਦਾਰ ਇਸ ਪ੍ਰੋਗਰਾਮ ਤੋਂ, ਮੇਰੇ ਵੱਲੋਂ ਮੇਰੇ ਭੈਣ ਜੀਆਂ ਵੱਲੋਂ. ਤੁਹਾਡੇ ਤੋਂ ਬਗੈਰ ਆ ਕੁਛ ਨਹੀਂ ਹੋ ਸਕਦਾ. ਤੁਹਾਡੀ ਮਦਦ ਦੇ ਨਾਲ ਇਹ ਬੱਚੀਆਂ ਪੜ੍ਹ ਸਕਦੀਆਂ ਹੈਗੀਆਂ. ਤੁਸੀਂ ਉਹਨਾਂ ਦਾ ਜੀਵਨ ਸੁਧਾਰਿਆ ਹੈਗਾ ਆ. ਤੁਹਾਡੇ ਤੋਂ ਬਗੈਰ ਨਹੀਂ ਅਸੀਂ ਆ ਕੁਛ ਕੰਮ ਕਰ ਸਕਦੇ. ਸੋ ਪੰਜੀ ਭੈਣ ਜੀ ਕੀ ਤੁਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਘਰ ਦੇਖਦੇ ਹੋਗੇ ਵੇ ਆ ਜਿਹੜੇ ਅਸੀਂ ਟ੍ਰੇਨ ਟੀਚਰ ਪ੍ਰੋਗਰਾਮ 19 ਕੁੜੀਆਂ ਨੂੰ ਬੱਚਿਆਂ ਨੂੰ ਅਸੀਂ ਪੜ੍ਹਾਇਆ ਹੈਗਾ ਆ? I'd like to thank the Sangat Panji and for their contribution and encourage others that are thinking about coming forward to please do come forward to support this trainer teacher. With ਜੋ ਕੁਛ ਆ ਹੋ ਰਿਹਾ ਇੰਡੀਆ ਦੇ ਵਿੱਚ ਅੱਜ ਕੱਲ੍ਹ ਤੋਂ ਆਪਾਂ ਸੁਣਦੇ ਹੈਗੇ ਕਿਸਾਨਾਂ ਦੇ ਨਾਲ ਹਨਾ, ਆਪਾਂ ਆਪਣੇ ਨਿਆਣਿਆਂ ਨੂੰ ਉਹਨਾਂ ਨੂੰ ਪੜ੍ਹਾਵਾਂਗੇ, ਉਹਨਾਂ ਨੂੰ ਪਤਾ ਲੱਗੇਗਾ ਕਿ ਪੜ੍ਹ ਕੇ ਕੀ ਗਲਤ ਹੈ ਕੀ ਸਹੀ ਹੈ, ਉਹ ਆਪਣਾ ਡਿਸੀਜਨ ਲੈ ਸਕਦੇ ਹੈਗੇ ਆ. ਤਾਂ Galgita ਟਰਸਟ ਸਪੋਰਟ ਕਰਦੇ ਹੈਗੇ ਜਿਹੜੇ ਕਿਸਾਨ ਖੁਦਕੁਸ਼ੀ ਕਰ ਲੈਂਦੇ ਆ. ਤਾਂ ਹੁਣ ਜਿਹੜੇ ਕਿਸਾਨ ਉੱਥੇ ਗਏ ਹੋਏ ਵੀ ਹੈਗੇ ਆ ਦਿੱਲੀ ਵਿੱਚ, ਉਹਨਾਂ ਦੇ ਜੇ ਕੋਈ ਵੀ ਉੱਥੇ ਅਕਾਲ ਚਨਾ ਕਰ ਜਾਂਦੇ ਹੈਗੇ ਉਹਨਾਂ ਨੂੰ ਵੀ ਸਪੋਰਟ ਕਰਦੇ ਹੈਗੇ ਆ. ਸੋ ਪਲੀਜ਼ ਸੰਗਤ ਜੀ ਤੁਹਾਨੂੰ ਬੇਨਤੀ ਕਰਦੇ ਹੈਗੇ, ਟੈਲੀਵਿਜ਼ਨ ਤੇ ਆਪਾਂ ਰੋਜ਼ ਦੇਖਦੇ ਹੈਗੇ ਆ ਕਿ ਆਪਾਂ ਇਹਨਾਂ ਨਿਆਣਿਆਂ ਨੂੰ ਇਹਨਾਂ ਬੱਚਿਆਂ ਦੀ ਆਪਾਂ ਸਪੋਰਟ ਕਰੀਏ ਕਿ ਉਹ ਜਿਹੜੇ ਆਉਣ ਵਾਲੀ ਪੀੜ੍ਹੀ ਹੈਗੀ ਆ ਆਪਣੇ ਬੱਚੇ ਉਹਨਾਂ ਨੂੰ ਆਪਣਿਆਂ ਨੂੰ ਦੀ ਲਾਈਫ ਚੰਗੀ ਕਰ ਸਕਦੇ ਹੈਗੇ ਆ. ਥੈਂਕ ਯੂ ਭੈਣ ਜੀ. ਤਾਂ ਡਾਲੀ ਭੈਣ ਜੀ ਤੁਸੀਂ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਵੇ ਆ 19 ਕੁੜੀਆਂ ਵਾਸਤੇ ਜਿਹੜੇ ਆਪਾਂ ਦਸਵੰਧ ਦਿੱਤਾ ਤਾਂ ਸਪਾਂਸਰਸ਼ਿਪ ਮਿਲੀ ਹੈਗੀ ਆ? Anji Benji. So I would say to the Sangat, thank you so much for helping the trust, for donating. As Benji said, it's £360, each year. So thank you so much because you're going to help to transform a woman's life, and this is incredible. So thank you so much. But also you can see on the website as well, educatesave.com, and also on Facebook page, it will give you all the details about sponsoring a teacher, sponsoring a child. And as Benji, was talking about farmers in India, even if you want to sponsor a child, you can still do that. It will tell you different types of children that their parents, if they are farmers' children, it will show you on that site as well, so you can still donate. So to say thank you so much to the Sangat for donating. Thank you Benji. ਤਾਂ ਸੰਗਤ ਜੀ ਜਿੱਦਾਂ ਤੁਸੀਂ ਭੈਣ ਜੀ ਨੇ ਕਿਹਾ ਹੈਗਾ ਆ ਜਿਹੜਾ Galgita ਟਰਸਟ ਜਿਹੜੇ ਹੈਗੇ ਕਿਸਾਨਾਂ ਦੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਆ, ਜਿਹੜੇ ਬੱਚੇ ਪੇ ਮਸ਼ਹੂਰ ਹੈਗੇ ਆ, ਮਾਂ ਮਸ਼ਹੂਰ ਹੈਗੇ ਆ, ਜਿਹੜੇ 1 parent family ਆ, Galgita ਟਰਸਟ ਸਾਰੇ ਬੱਚਿਆਂ ਵਾਸਤੇ ਪੜ੍ਹਾਈ ਦਾ ਪ੍ਰੋਵੀਜ਼ਨ ਕਰਦੇ ਹੈਗੇ ਰੂਰਲ ਪੰਜਾਬ 'ਚ. ਸੋ
ਪਹੁੰਚੀ ਭੈਣ ਜੀ ਹੁਣ ਅਸੀਂ ਸ਼ੋਅ ਤੇ ਐਂਡ ਤੇ ਆ ਚੁੱਕੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਸੰਗਤ ਜਿਹੜੇ ਘਰ ਦੇਖਦੇ ਹੋਗੇ ਪ੍ਰੋਗਰਾਮ ਨੂੰ Thank you. We need to create our Mata Gujar course of today. The Mata Gujari is a women empowerment. And if we talk about our Bibiyan Mataਵਾਂ ਉਹਨਾਂ ਨੂੰ ਬਹੁਤ ਪ੍ਰਭਾਵਿਤ ਮਿਲਦਾ ਹੈਗਾ ਆ ਨਾ ਗੁਰੂ ਜੀ ਮਾਤਾ ਜੀ ਦੀ ਮਾਤਾ ਗੁਜਰੀ ਜੀ ਦੀ ਲਾਈਫ ਤੋਂ and that's why it's very important to know what they did in our Sikh history so that we can take a lot of inspiration from Mata Gujari's life. And one can be so inspired from Mata Gujari's life. Bibiyan, that being a widow, she did not let Guru Sahibs down one bit, nor the Sahibzade, and they lived under Mata Gujari's teachings, her command. And let's not underestimate the teaching of a mother, what a mother can teach, what a Bibi can teach. And through this program, we are trying to appeal Sangat Ji, and we need to create more Mata Gujaris. This is a women empowerment program, and we are appealing to you, Sangat Ji, please, to come and support one teacher, and so that teacher can gain a value-based education in a Akal Academy, create such inspired Sikhs who can inspire others, like we light a candle and then we light another candle, we can keep that going. That's my message for the Sangha. Please, we need to create our Mata Gujaris. ਤਲਵਿੰਦਰ ਭੈਣ ਜੀ ਤੁਸੀਂ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਹੋਗੇ ਜਿਹੜੇ ਘਰ ਪ੍ਰੋਗਰਾਮ ਦੇਖਦੇ ਹੋਗੇ ਹੁਣ ਹਾਂਜੀ Benji. So Benji's, really spoken well about everything that I feel as well. That is important for us. We've spoken a lot about women in our Sikh history that have had a huge impact on our Sikhi, and I think it's important for us. They've shown us the way. They've shown us the roles that they have taken on, and it's an inspiration for us. To help women as well in our Sikh society. So please, help us to train teachers, help us to train women to become like Mata Gujari, and to pass on information to children, to grandchildren. This is so important for us to continue this cycle, so that we can break cycles of poverty, and eventually, we'll create a real strong society. Thank you, Benji. Thank you, Benji. So ਸੰਗਤ ਜੀ ਆ ਜਿਹੜਾ ਟ੍ਰੇਨ ਇਨੀਸ਼ੀਏਟਿਵ ਪ੍ਰੋਗਰਾਮ ਹੈਗਾ ਆ ਇਹ ਕਾਲਗੀ ਟਰਸਟ ਦਾ ਇਨੀਸ਼ੀਏਟਿਵ ਹੈਗਾ ਆ ਸੋ ਟਰਸਟ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਬੱਚਿਆਂ ਵਾਸਤੇ ਟੀਚਰ ਟ੍ਰੇਨਿੰਗ ਸਪਿਰਿਚੁਅਲ ਗਾਈਡੈਂਸ ਤਾਂ 100% ਫੀਸ ਉਹ ਸਾਰੇ ਚੱਕਦੇ ਹੈਗੇ ਆ ਤਾਂ ਇੰਪਲੋਇਮੈਂਟ ਵੀ ਪ੍ਰੋਵਾਈਡ ਕਰਦੇ ਆ ਜਦੋਂ ਬੱਚਿਆਂ ਨੇ ਪੜ੍ਹ ਚੁੱਕੇ ਹੈਗੇ ਪਲੇਸਮੈਂਟ ਉਹ ਵੀ ਸਕੂਲਾਂ ਦੇ ਵਿੱਚ basically we're trying to grow this initiative organically. The teachers study and then they go on to train the children in these Akal academies. So Sangat ji ਤੁਸੀਂ ਅੱਜ ਪ੍ਰੋਗਰਾਮ ਦੇਖਿਆ ਹੈਗਾ ਆ today's program ਅਸੀਂ ਮਾਤਾ ਗੁਜਰੀ ਦੇ ਕਾਫੀ ਗੱਲਾਂ ਕੀਤੀਆਂ ਸੀ ਸ਼੍ਰੀ ਗੁਰੂ ਤੇਗ ਬਹਾਦਰ ਦੀ ਗੱਲ ਕੀਤੀ ਸੀ ਸ਼ਹੀਦ ਤਾਂ ਗੁਰੂ ਗੋਬਿੰਦ ਸਿੰਘ ਦੀ ਸ਼ਹੀਦ ਦੀ ਗੱਲ ਕੀਤੀ ਸੀ ਤਾਂ ਸਾਹਿਬਜ਼ਾਦਿਆਂ ਦੇ ਤਾਂ ਸੰਗਤ ਜੀ ਅਸੀਂ ਇਹ ਕਹਿਣਾ ਚਾਹੁੰਦੇ ਵੀ ਤੁਸੀਂ ਅੱਗੇ ਹੋ ਕੇ ਆਵੋ ਤਾਂ ਸਾਰੇ ਤੁਸੀਂ ਟ੍ਰੇਨਰ ਟੀਚਰ ਇਨੀਸ਼ੀਏਟਿਵ ਨੂੰ ਸਪੋਰਟ ਕਰੋ ਜਿਹੜਾ ਦਸਵਾਨ ਹੈਗਾ ਆ it provides free education to the underprivileged girls in the Punjab ਤੁਸੀਂ ਖਾਸ ਕਰਕੇ ਦੇਖੋ ਹੁਣ ਕਿਸਾਨਾਂ ਦੇ ਨਾਲ ਕੀ ਹੋ ਚੁੱਕਾ ਹੁੰਦਾ ਆ ਪੰਜਾਬ ਦੇ ਵਿੱਚ Kalgita Trust is supporting the education of the Kisan de ਬੱਚਿਆਂ ਨੂੰ So we want to get Punjab moving and we want to support the Punjab. We are the fortunate ones that the Guru Ji and the Sahibzade and Guru Tegh Bahadur Ji ਸ਼ਹੀਦ ਬਣੇ ਸੀ ਸਾਡੇ ਵਾਸਤੇ ਅਸੀਂ ਗਾ ਪੰਥ ਨੂੰ ਅੱਗੇ ਲੈ ਕੇ ਜਾ ਸਕਦੇ ਥਰੂ ਸਵਾਂਗ ਦੇ ਕੇ ਤਾਂ ਸਾਡਾ ਜਿਹੜੀ ਹੈਗੀ ਆ ਸਿੱਖੀ ਨੂੰ ਸਾਡੇ ਬੱਚਿਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਆ ਐਜੂਕੇਸ਼ਨ ਪ੍ਰੋਵੀਜ਼ਨ ਕਰਕੇ ਸੋ ਥੈਂਕ ਯੂ ਫॉर ਜੁਆਇਨਿੰਗ ਅਸ ਟੁਡੇ ਥੈਂਕ ਯੂ ਫॉर ਦ ਭੈਣ ਜੀਆਂ ਜਿਹੜੇ ਹਰ ਵੇਲੇ ਸ਼ਾਮਲ ਹੁੰਦੀਆਂ ਆ ਸੇਵਾ ਕਰਨ ਵਾਸਤੇ ਤਾਂ ਭੈਣ ਜੀਆਂ ਤੁਹਾਡਾ ਥੈਂਕ ਯੂ ਤੁਹਾਡੇ ਮੇਰੇ ਨਾਲ ਅੱਜ ਪ੍ਰੋਗਰਾਮ ਤੇ ਫਿਰ ਤੁਸੀਂ ਆਏ ਆ ਐਂਡ ਸਾਨੂੰ ਭੈਣ ਜੀ ਘਰ ਸੰਗਤ ਨੂੰ ਅਸੀਂ ਕਹਿਣਾ ਚਾਹੁੰਦੇ ਸਾਡਾ ਭੁੱਲ ਚੁੱਕ ਸਾਡਾ ਮਾਫ ਕਰਨਾ ਤਾਂ ਫਿਰ ਤੁਸੀਂ ਅੱਗੇ ਸਾਡੇ ਨਾਲ ਆ ਕੇ ਪ੍ਰੋਗਰਾਮ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ